मिल राम प्यारे, तुम बिन तीरज को न करੈ। मिल राम प्यारे, तुम बिन धीरज को न करै। सिमरत शास्त्र बहु कर्म कमाए। प्रभ तुमरे दर्श बिन सुख नाही। वर्त नेम संजम कर थाके। नानक साध शरण प्रभ संग वसै। नानक साध शरण प्रभ संग वसै। मिल राम प्यारे, तुम बिन धीरज को न करै। मिल राम प्यारे, तुम बिन धीरज को न करै। वाहिगुरु होवै सिफत खसम दी। नूर अरशों कुरशों छट्टियै। तुद डिठे सच्चे पातशाह। मल जन्म जन्म दी कट्टी है। ये अमृतमयी बाणी राय बलवंड तथा सत्तह डूम उन्हां दी उचारी हुई। आओ अज इस दी जो दूसरी पौड़ी ਦਾ ਅੱਧਾ ਭਾਗ ਰਹਿੰਦਾ ਸੀ ਉਸ ਦੀ ਵਿਚਾਰ ਕਰੀਏ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 967 ਅੰਗ ਉੱਤੇ ਸ਼ਿਸ਼ੋਭਤ ਹੈ। ਭਾਈ ਬਲਵੰਡ ਜੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਸਿਫਤ ਸਲਾਹ ਕਰ ਰਹੇ ਹਨ। ਉਹਨਾਂ ਦੀ ਉਸਤਤ ਦੇ ਵਿੱਚ ਉਚਾਰਦੇ ਹਨ, ਹੋਵੈ ਸਿਫਤ ਖਸਮ ਦੀ। ਨੂਰ ਅਰਸ਼ੋਂ ਕੁਰਸ਼ੋਂ ਚੱਟੀਐ। ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਉਸ ਖਸਮ ਦੀ, ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਉਸ ਵਾਹਿਗੁਰੂ ਦੇ ਗੁਣ ਗਾਏ ਜਾ ਰਹੇ ਹਨ, ਉਸ ਦੀ ਉਸਤਤ ਕੀਤੀ ਜਾ ਰਹੀ ਹੈ। ਇਸ ਸਿਫਤ ਸਲਾਹ ਦੀ ਬਰਕਤ ਦੇ ਨਾਲ ਨੂਰ ਅਰਸ਼ੋਂ ਕੁਰਸ਼ੋਂ ਚੱਟੀ ਹੈ। ਨੂਰ ਉਸ ਪਰਮਾਤਮਾ ਦੇ ਰੂਹਾਨੀ ਮੰਡਲਾਂ ਦੇ ਵਿੱਚੋਂ ਨੂਰ, ਅਰਸ਼ੋਂ ਅਰਸ਼ ਤੋਂ, ਕੁਰਸ਼ੋਂ ਇਹ ਸੂਰਜ ਚੰਦ ਦੀ ਜੋ ਟਿੱਕੀ ਹੈ ਅਰਥਾਤ ਰੂਹਾਨੀ ਮੰਡਲ, ਆਤਮਿਕ ਮੰਡਲ। ਉਸ ਆਤਮਿਕ ਮੰਡਲ ਤੋਂ ਨੂਰ ਦਵਾ ਦਬ ਸਿੰਜਿਆ ਜਾ ਰਿਹਾ ਹੈ, ਚੱਟੀ ਹੈ, ਦਵਾ ਦਬ ਝੜ ਰਿਹਾ ਹੈ। ਚੱਟੀ ਹੈ ਜਿਸ ਤਰ੍ਹਾਂ ਝੱਜੇ ਨਾਲ ਹੈ,
ਪਾਣੀ ਨੂੰ ਸਿੰਜਣਾ ਹੁੰਦਾ ਹੈ ਤਾਂ ਬੁੱਕਾਂ ਦੇ ਨਾਲ ਕਈ ਵਾਰ ਪੁਰਾਣੇ ਜ਼ਮਾਨੇ ਵਿੱਚ ਪਾਣੀ ਨੂੰ ਇੱਕ ਆੜ ਦੇ ਵਿੱਚੋਂ ਖੇਤ ਵਿੱਚ ਸੁੱਟਿਆ ਜਾਂਦਾ ਸੀ। ਜਿਸ ਤਰ੍ਹਾਂ ਗੁਰੂ ਸਾਹਿਬ ਹਰਿਦੁਆਰ ਗਏ ਅਤੇ ਉੱਥੇ ਉਹ ਜੋ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਨੇ ਕੌਤਕ ਕੀਤਾ, ਉਹ ਪਾਣੀ ਨੂੰ ਆਪਣੇ ਬੁੱਕਾਂ ਵਿੱਚ ਲੈ ਕੇ ਕਹਿ ਰਹੇ ਸਨ ਕਿ ਮੈਂ ਆਪਣੇ ਖੇਤ ਜੋ ਪੰਜਾਬ ਦੇ ਵਿੱਚ ਹਨ ਉਹਨਾਂ ਨੂੰ ਸਿੰਜ ਰਿਹਾ ਹਾਂ। ਉਹ ਪਾਣੀ ਝੱਟ ਰਹੇ ਸਨ। ਪਾਣੀ ਦੇ ਨਾਲ ਆਪਣੇ ਖੇਤਾਂ ਨੂੰ ਬਚਾਉਣ ਦਾ ਇਹ ਕੌਤਕ ਵਰਤ ਕੇ ਉਹਨਾਂ ਨੂੰ ਸਮਝਾ ਰਹੇ ਸਨ ਕਿ ਤੁਹਾਡਾ ਜੋ ਪਾਣੀ ਦਿੱਤਾ ਹੋਇਆ ਹੈ ਇਹ ਉੱਪਰ ਪਿੱਤਰ ਲੋਕ ਦੇ ਵਿੱਚ ਨਹੀਂ ਪਹੁੰਚ ਸਕਦਾ। ਜੇਕਰ ਮੇਰਾ ਦਿੱਤਾ ਹੋਇਆ ਇਹ ਪਾਣੀ ਮੇਰੇ ਖੇਤ ਜੋ ਕਿ ਬਿਲਕੁਲ ਹੀ ਲਾਗੇ ਹਨ, ਇਸ ਧਰਤੀ ਤੇ ਹਨ, ਉਹਨਾਂ ਤੇ ਨਹੀਂ ਪਹੁੰਚ ਸਕਦਾ। ਤਾਂ ਇਹ ਸਮਝਾਉਣ ਦਾ ਤਰੀਕਾ ਸੀ। ਤੋ ਇੱਥੇ ਚੱਟੀਐ ਸ਼ਬਦ ਹੈ ਕਿ ਸਿੰਜ ਰਹੇ ਸਨ। ਇਹ ਨੂਰ ਜੋ ਅਰਸ਼ੋਂ ਪੁਰਸ਼ੋਂ ਚੱਟੀਐ, ਅਰਸ਼ੋਂ ਪੁਰਸ਼ੋਂ ਉਸ ਰੂਹਾਨੀ ਮੰਡਲਾਂ ਦੇ ਵਿੱਚੋਂ ਇਹ ਨੂਰ ਜੋ ਹੈ ਗੁਰੂ ਦਰਬਾਰ ਦੇ ਵਿੱਚ, ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਦਬਾ ਦਬ ਸਿੰਜਿਆ ਜਾ ਰਿਹਾ ਸੀ ਕਿ ਉਸ ਰੂਹਾਨੀ ਮੰਡਲਾਂ ਦੇ ਵਿੱਚੋਂ ਨੂਰ ਝੜ ਰਿਹਾ ਸੀ। ਕਿਸ ਕਰਕੇ ਝੜ ਰਿਹਾ ਸੀ? ਕਿਉਂਕਿ ਸਤਿਗੁਰੂ ਦੇ ਦਰਬਾਰ ਵਿੱਚ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਹੋ ਰਹੀਆਂ ਸਨ। ਉਸ ਵਾਹਿਗੁਰੂ ਦੇ ਉਸਤਤ ਗਾਈ ਜਾ ਰਹੀ ਸੀ, ਉਸ ਵਾਹਿਗੁਰੂ ਦੇ ਗੁਣ ਗਾਏ ਜਾ ਰਹੇ ਸਨ। ਗੁਣ ਗਾਏ ਕਿਸ ਤਰ੍ਹਾਂ ਜਾ ਰਹੇ ਸਨ? ਕਿਉਂਕਿ ਗੁਰੂ ਦਰਬਾਰ ਦੇ ਵਿੱਚ ਇਸੇ ਹੀ ਪੌੜੀ ਦੇ ਵਿੱਚ ਭਾਈ ਬਲਵੰਤ ਜੀ ਕਹਿੰਦੇ ਹੋਏ ਹਨ, ਲੰਗਰ ਚੱਲੈ ਗੁਰ ਸ਼ਬਦ, ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀ ਐ। ਗੁਰੂ ਅੰਗਦ ਦੇਵ ਜੀ ਦਰਬਾਰ ਵਿੱਚ ਗੁਰੂ ਸ਼ਬਦ ਦੇ ਰਾਹੀਂ ਨਾਮ ਦਾ ਲੰਗਰ ਚੱਲ ਰਿਹਾ ਸੀ। ਗੁਰੂ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਉਸਤਤਾਂ ਗਾਈਆਂ ਜਾ ਰਹੀਆਂ ਸਨ। ਉਸ ਵਾਹਿਗੁਰੂ ਦੇ ਗੁਣ ਗੁਰੂ ਸ਼ਬਦ ਦੇ ਰਾਹੀਂ ਗਾਏ ਜਾ ਰਹੇ ਸਨ। ਇਸੇ ਕਰਕੇ ਹੀ ਇੱਥੇ ਵੀ ਭਾਈ ਬਲਵੰਤ ਜੀ ਇਹ ਕਹਿ ਰਹੇ ਹਨ ਕਿ ਹੋਇ ਸਿਫਤ ਖਸਮ ਦੀ, ਉਸ ਖਸਮ ਦੀ ਸਿਫਤ ਸਲਾਹ ਹੋ ਰਹੀ ਹੈ। ਗੁਰੂ ਸ਼ਬਦ ਦੇ ਰਾਹੀਂ ਉਸ ਦੇ ਗੁਣ ਗਾਏ ਜਾ ਰਹੇ ਹਨ। ਇਸ ਕਰਕੇ ਨੂਰ ਅਰਸ਼ੋਂ ਪੁਰਸ਼ੋਂ ਚੱਟੀ ਹੈ, ਉਸ ਰੂਹਾਨੀ ਮੰਡਲਾਂ ਦੇ ਵਿੱਚੋਂ ਨੂਰ ਸਿੰਜ ਹੋ ਰਿਹਾ ਹੈ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਇਹ ਗੁਰੂ ਅੰਗਦ ਦੇਵ ਮਹਾਰਾਜ, ਤੁਹਾਨੂੰ ਡਿਠਿਆਂ, ਤੁਹਾਡੇ ਦਰਸ਼ਨ ਕੀਤਿਆਂ ਹੈ ਸੱਚੇ ਪਾਤਸ਼ਾਹ, ਮਲ ਇਸ ਮਨ ਦੇ ਉੱਤੇ ਜੋ ਵਿਕਾਰਾਂ ਦੀ ਮੈਲ ਜਨਮਾਂ ਜਨਮਾਂ ਦੀ ਚੜੀ ਹੋਈ ਹੈ, ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਂ ਦੀ ਜੋ ਵਿਕਾਰਾਂ ਦੀ ਮੈਲ ਇਸ ਮਨ ਦੇ ਉੱਤੇ ਚੜੀ ਹੋਈ ਹੈ ਉਹ ਲੱਥ ਰਹੀ ਹੈ ਤੁਹਾਡੇ ਦਰਸ਼ਨ ਕੀਤਿਆਂ। ਸੱਚ ਜੇ ਗੁਰ ਫੁਰਮਾਇਆ, ਕਿਉਂ ਐਦੋਂ ਬੋਲੋਂ ਹੱਟੀ ਐ। ਸੱਚ ਜੇ ਗੁਰ ਫਰਮਾਇਆ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜੋ ਹੁਕਮ ਕੀਤਾ, ਜੇ ਗੁਰ, ਗੁਰ ਰਾਰੇ ਨੂੰ ਸਿਹਾਰੀ ਹੈ ਗੁਰੂ ਨੇ, ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜੋ ਹੁਕਮ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸੱਚ ਉਸ ਨੂੰ ਗੁਰੂ ਅੰਗਦ ਦੇਵ ਜੀ ਨੇ ਸੱਚ ਕਰਕੇ ਮੰਨਿਆ। ਕਿਉਂ ਐਦੋਂ ਬੋਲੋਂ ਹਟੀ ਐ। ਅਤੇ ਇਹਨਾਂ ਬੋਲਾਂ ਤੋਂ, ਇਸ ਹੁਕਮ ਤੋਂ ਕਿਉਂ ਹਟੀ ਹੈ? ਕਿਸ ਤਰ੍ਹਾਂ ਹਟਿਆ ਜਾ ਸਕਦਾ ਹੈ?
जो सतगुरु गुरु नानक देव जी हुक्म करते हैं, उस हुक्म तो किस तरह हटिया जा सकता है। अर्थात सतगुरु गुरु अंगद देव महाराज जी उस हुक्म की पालना कर रहे हैं। जो हुक्म सतगुरु गुरु नानक देव जी दे रहे हैं उसनू सच करके उस हुक्म की पालना कर रहे हैं। पुत्री कौल ना पालियो कर पीरों कन मुरट्टी है। गुरु अंगद देव जी तो जो सतगुरु जी फरमा रहे हैं उस हुक्म नू सच करके मान रहे हैं, पर पुत्री गुरु नानक देव महाराज जी के पुत्र श्री चंद लक्ष्मी दास जी, पुत्री कौल ना पालियो, पर पुत्रा ने सतगुरु का कौल बचन वो नहीं मन्या। कर पीरों कन मुरट्टी है। कन मोढ़ा, कंध मोढ़े नूं कर पीरों कन पीर तो गुर पीर तो सतगुरु गुरु नानक देव जी तो अपना मोढ़ा जो है मोरट्टी है मोड़ लिया। पुत्रा ने पुत्री कौल ना पालियो कर पीरों कन मुरट्टी है। गुरु नानक देव जी के पुत्र श्री चंद श्री लक्ष्मी दास जी ने उन्हां तो मोढ़ा मोड़ लिया, उन्हां दा कहना नहीं मन्निया, उन्हां दा हुक्म नहीं मन्निया। दिल खोटा आकी फिरन बन भार उचायन छट्टी है। वो खोटे दिल दे नाल आकी फिरन, आकी बागी हो जाना, किसका कहना ना मनना, किसका हुक्म ना मनना। वो गुरु साहब तो आकी हो के खोटे दिल दे नाल सतगुरु का कहना नहीं सन मनते। दिल खोटा आकी फिरन बन भार उचायन छट्टी है। छट्टी है छट, जिस तरह पुराने जमाने दे विच कोई भार ढोंदे सन तां उत्ते उत्ते छट दे नाल, जिस तरह खोतियां ते बलदां ते ऊठां दे उत्ते दोनों साइड ते बोरी जिहड़ी हुंदी सी दोनों साइड ते हुंदी सी ते गब्बे सिर्फ भार नहीं सी हुंदा, बोरी ही हुंदी सी, उहनूं कहंदे सन छट। क्योंकि गुरु पुत्र जो सन वो गुरु साहब का हुक्म नहीं सन मान रहे। जिस तरह हुक्म गुरु अंगद देव जी मान रहे सन, गुरु अंगद देव जी हर हुक्म नूं सच करके मान रहे सन, पर पुत्र जो सन वो कौल नहीं सन पाल रहे। दिल खोटे अते बागी होए होए वो इस तरह सन जिस तरह के बन भार उचायन छट्टी है। जिस तरह छट दे उत्ते भार पा के उन्होंने चक्या जा रहा है, उन्होंने सिर दे उत्ते इस तरह, क्योंकि वो हुक्म नहीं सन मन रहे, उन्होंने उत्ते हुक्म ना मनन करके अहंकार पुणा करके इस दुनिया के धंधियां दा भार जो है, इहो जे दुनिया के धंधियां दा भार अहंकार दा छट रूपी भार जो सन वो चक रहे सन। जिन्हें आखी सोई करे जिन कीती तिन थट्टी है। भाई बलवान जी आख रहे हैं कि जिन आखी, जिसने ये हुक्म मनन दी गल सतगुरु गुरु अंगद देव जी नूं दसी, भाई लैणा जी नूं आखी सोई करे, वही गुरु नानक देव जी
ਗੁਰੂ ਅੰਗਦ ਦੇਵ ਜੀ ਦੇ ਵਿੱਚ ਜੋਤ, ਆਪਣੀ ਜੋਤ ਪਾ ਕੇ ਉਹੀ ਕਰ ਰਹੇ ਸਨ, ਉਹੀ ਹੁਕਮ ਮੰਨਣ ਦੀ ਜੋ ਪਾਲਣਾ ਸੀ ਉਹੀ ਕਰ ਰਹੇ ਸਨ। ਜਿਨ ਕੀਤੀ ਤਿਨੈ ਥੱਟੀਐ, ਜਿਸ ਗੁਰੂ ਨਾਨਕ ਦੇਵ ਜੀ ਨੇ ਇਹ ਹੁਕਮ ਮੰਨਣ ਦੀ ਗੁਰੂ ਅੰਗਦ ਦੇਵ ਜੀ ਨੂੰ ਸਿੱਖਿਆ ਦਿੱਤੀ, ਉਹਨਾਂ ਨੇ ਹੀ ਉਹਨਾਂ ਨੂੰ ਥੱਟੀਐ ਕਿਸੇ ਨੂੰ ਥਾਪ ਦੇਣਾ, ਬਿਠਾ ਦੇਣਾ, ਗੁਰਗੱਦੀ ਤੇ ਬਿਠਾਇਆ। ਉਹਨਾਂ ਨੇ ਉਸਨਾਂ ਨੂੰ ਹੁਕਮ ਮੰਨਣ ਦੀ ਪਾਲਣਾ ਕਰਵਾਈ। ਕੌਣ ਹਾਰੇ ਕਿਨ ਵੱਟੀਐ। ਹੁਣ ਭਾਈ ਬਲਵੰਤ ਜੀ ਅਖੀਰ ਤੇ ਇਸ ਪੌੜੀ ਦੇ ਵਿੱਚ ਕਹਿ ਰਹੇ ਹਨ, ਕੌਣ ਹਾਰੇ ਕਿਨ ਵੱਟੀਐ। ਹੁਕਮ ਮੰਨਣ ਦੀ ਪਾਲਣਾ ਤੋਂ ਕਿਹੜਾ ਹਾਰ ਗਿਆ। ਕਿਨ ਉਹ ਵੱਟੀ ਹੈ, ਕਿਸਨੇ ਇਸ ਹੁਕਮ ਮੰਨਣ ਦੀ ਪਾਲਣਾ ਕਰਕੇ ਲਾਭ ਖੱਟ ਲਿਆ। ਕਿ ਇਹ ਤਾਂ ਸਤਿਗੁਰੂ ਦੀ ਖੇਡ ਸੀ। ਸਤਿਗੁਰੂ ਨੇ ਗੁਰੂ ਅੰਗਦ ਦੇਵ ਜੀ ਤੇ ਕੋਈ ਹੁਕਮ ਮਨਾਉਣਾ ਸੀ, ਉਹਨਾਂ ਨੂੰ ਮਨਾ ਕੇ ਉਹਨਾਂ ਦੇ ਵਿੱਚ ਆਪਣੀ ਜੋਤ ਰੱਖ ਕੇ, ਆਪਣੀ ਉਹੀ ਜੋ ਜੁਗਤ ਉਹਨਾਂ ਦੀ ਸੀ ਉਹੀ ਉਹਨਾਂ ਦੇ ਵਿੱਚ ਰੱਖ ਕੇ, ਆਪਣਾ ਸਰੀਰ ਪਲਟ ਕੇ ਗੁਰੂ ਅੰਗਦ ਦੇਵ ਦੇ ਰੂਪ ਦੇ ਵਿੱਚ ਹੋ ਕੇ ਉਹਨਾਂ ਨੇ ਉਹਨਾਂ ਕੋਲੋਂ ਹੁਕਮ ਮਨਵਾਇਆ। ਨਹੀਂ ਤਾਂ ਕੌਣ ਹਾਰੇ ਕਿਨ ਵੱਟੀ ਹੈ। ਇਹ ਸਤਿਗੁਰੂ ਦੀ ਹੀ ਕਿਰਪਾ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨ ਕੇ ਉਹਨਾਂ ਨੇ ਇਹ ਹੁਕਮ ਮੰਨਣ ਦੀ ਲਾਭ ਖੱਟੀ ਪ੍ਰਾਪਤ ਕਰ ਲਈ। ਹਾਰੇ ਪੁੱਤਰਾਂ ਨੇ ਹੁਕਮ ਮੰਨਣ ਦੀ ਇਹ ਹੁਕਮ ਨਹੀਂ ਮੰਨਿਆ, ਪਰ ਹਾਰੇ ਕੋਈ ਵੀ ਨਹੀਂ, ਨਾ ਹੀ ਕੋਈ ਅਵੱਟਿਆ। ਇਹ ਤਾਂ ਸਤਿਗੁਰੂ ਦੀ ਖੇਡ ਸੀ। ਸਤਿਗੁਰੂ ਜਿਸ ਨੂੰ ਹੁਕਮ ਮਨਾਉਣਾ ਚਾਹੁੰਦੇ ਸਨ, ਉਹਨਾਂ ਨੂੰ ਹੁਕਮ ਮਨਾ ਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਆਪਣੀ ਜੋਤ ਰੱਖ ਦਿੱਤੀ, ਆਪਣੀ ਜੁਗਤ ਵੀ ਉਹੀ ਰੱਖ ਦਿੱਤੀ ਤੇ ਆਪਣਾ ਸਰੀਰ ਪਲਟ ਕੇ ਉਸ ਦੇ ਰੂਪ ਧਾਰ ਲਿਆ। ਇਸੇ ਕਰਕੇ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਹੀ ਕਹਿੰਦੇ ਹਨ, ਜੋਤ ਓਹਾ ਜੁਗਤ ਸਾਏ, ਸ਼ਹਿ ਕਾਇਆ ਫੇਰ ਪਲਟੀ ਹੈ। ਕਿ ਜੋਤ ਉਹੀ ਹੈ ਗੁਰੂ ਨਾਨਕ ਸਾਹਿਬ ਵਾਲੀ, ਭਾਈ ਗੁਰੂ ਅੰਗਦ ਦੇਵ ਜੀ ਦੇ ਅੰਦਰ। ਜੋਤ ਓਹਾ ਜੁਗਤ ਸਾਹੇ, ਜੀਵਨ ਜੁਗਤੀ ਵੀ ਉਹੀ ਹੈ। ਸ਼ਹਿ ਕਾਇਆ ਫੇਰ ਪਲਟੀ ਹੈ। ਸ਼ਹਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਮਾਲਕ ਖਸਮ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਕਾਇਆ ਬਦਲ ਲਈ। ਉਹ ਗੁਰੂ ਅੰਗਦ ਦੇਵ ਦੇ ਰੂਪ ਦੇ ਵਿੱਚ ਗੁਰਗੱਦੀ ਉੱਤੇ ਬਿਰਾਜਮਾਨ ਹੋ ਗਏ। ਇਹ ਸਤਿਗੁਰੂ ਦੀ ਹੀ ਕਿਰਪਾ ਹੈ। ਜਿਨ੍ਹਾਂ ਦੇ ਉੱਤੇ ਉਹ ਕਿਰਪਾ ਕਰਦਾ ਹੈ ਉਹ ਉਸ ਦਾ ਹੁਕਮ ਦੀ ਪਾਲਣਾ ਕਰਦੇ ਹਨ, ਉਹੀ ਉਸ ਦੇ ਰਸਤੇ ਤੇ ਚੱਲ ਸਕਦੇ ਹਨ, ਉਹੀ ਉਸ ਜੁਗਤ ਜੋ ਗੁਰੂ ਸਾਹਿਬ ਦੀ ਜੁਗਤ ਸੀ, ਜੋ ਜੀਵਨ ਜੁਗਤੀ ਸੀ, ਉਸ ਨੂੰ ਅਪਣਾ ਸਕਦੇ ਹਨ। ਸਤਿਗੁਰੂ ਭਾਈ ਲਹਿਣਾ ਜੀ ਦੇ ਉੱਤੇ ਉਹਨਾਂ ਨੇ ਆਪਣੀ ਨਜ਼ਰ ਬਖਸ਼ਿਸ਼ ਕੀਤੀ। ਉਹਨਾਂ ਦੇ ਅੰਦਰ ਇਹ ਸਾਰੇ ਗੁਣ ਪੈਦਾ ਕਰਕੇ, ਹੁਕਮ ਮੰਨਣ ਦਾ ਗੁਣ ਪੈਦਾ ਕਰਕੇ ਉਹਨਾਂ ਨੂੰ ਆਪਣੀ ਗੁਰਗੱਦੀ ਸੌਂਪ ਦਿੱਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।